हालांकि हालात तुहानू नज़र आ रहे हैं बई मार्केट थोड़ी जी कमज़ोर है। ये फैसला तुसी बड़े जिगरे नाल कीता ते क्यों कीता? इन्हां दा नुमाइंदा होना चाहिए जेड़ा गौरमेंट नू दसे आ शै इन्नी किले लाओ, आ शै इन्ने किले लाओ। आने वाले दिनों वेख्या कणक किदाई उसी आलू किदाई हुण पिछली वारी 2022 ਨੂੰ ਆਈ हाँ ਕਣਕ ਨੂੰ ਕੋਈ ਪੁੱਛਦਾ ਨਹੀਂ ते ਯਾਰ कणक इस वारी किसे गड्डी नहीं। ਐਤਕੀ ਕਣਕ ਗੱਡੀ ਨਹੀਂ ਤੇ ਕੀ ਅਰਸ਼ਾ ਤੋਂ ਲਾਇਆ जिन्हें नवे आलू लाए ना उन्होंने नहीं पता लग जासी। ਉਹ ਤਾਂ ਵਿਚਾਰੇ ਦੂਏ ਮਹੀਨੇ ਵੇਖ ਤੇ ਜਿਹੜੇ ਗੱਲਾਂ ਕਰਦੇ ਆਏ हाँ 5000 ਨੂੰ ਬੋਰੀ ਵਿਕ ਗਈ 4000 ਨੂੰ ਵਿਕ ਗਈ हाँ भी मेरा 4 लाख का किला हो गया पिछले साल जिवें बंदे आंदे आए। ਉਹ ਸੁਣ ਤੇ ਗੱਲਾਂ ਨਾ ਉਹ ਵਿਚਾਰੇ ਤਾਂ ਫਸੇ ਤੁਹਾਡੇ ਆਖਣ ਦਾ ਇਹ ਹੈ ਵੀ ਜਿੰਨਾ ਕਿਸਾਨਾਂ ਨੂੰ ਇਸ ਵਾਰੀ ਆਲੂ ਨੁਕਸਾਨ ਦੇ ਰਹੇ ਨੇ ਇੰਨਾ ਪਹਿਲੇ ਨੁਕਸਾਨ ਨਹੀਂ ਦਿੰਦੇ ਹੈ ਭਾਵੇਂ ਆਲੂ ਸਸਤਾ ਵੀ ਵਿਕਦਾ ਰਹੀ। ਤੇ ਇਹ ਮੰਡੀਆਂ ਵਾਲੇ ਵੀ ਸਾਰੇ ਲੋਕ ਇੱਥੋਂ ਕਰਾਚੀ ਲੈ ਕੇ ਜਾ ਰਹੇ ਨੇ। ਕਰਾਚੀ ਇੰਨਾ ਰਸ਼ ਪੈ ਰਹੀ ਹੈ, ਇੰਨਾ ਆਲੂ ਜਾ ਰਹੀ ਹੈ, ਕੀ ਸਮਝਦੇ ਨੇ ਵੀ ਉੱਥੇ ਸਾਰਾ ਆਲੂ ਕਿੱਧਰ ਜਾ ਰਿਹਾ ਫਿਰ। ਅਸਲਾਮ ਵਾਲੇਕਮ ਬੇਲੀਓ ਦੋਸਤੋ, ਕੀ ਹਾਲ ਚਾਲ ਹੈ? ਅਸੀਂ ਜਨਾਬ ਆਲੂਆਂ ਦੀ ਫੀਲਡ ਦੇ ਵਿੱਚ ਅੱਜ ਫਿਰ ਮੌਜੂਦ ਹੈ ਤੇ ਮੁਜ਼ੀਕਾ ਵੈਰਾਈਟੀ ਹੈ ਤੇ ਇਹ ਉਹ ਆਲੂ ਪਟਿੰਦੇ ਪੈਣ ਜਿਨ੍ਹਾਂ ਦੀ ਜਨਾਬ ਬਿਜਾਈ ਟਾਈਮ ਪਹਿਲੇ ਅਸੀਂ ਵੀਡੀਓ ਬਣਾਈ ਸੀ। ਇਹ ਫਾਰਮਰ ਦਾ ਪਹਿਲੇ ਇੰਟਰਵਿਊ ਵੀ ਕੀਤਾ ਸੀ। ਉਹਨਾਂ ਆਖਿਆ ਜਨਾਬ ਅਸੀਂ 30-35 ਸਾਲ ਤੋਂ ਆਲੂ ਲਗਾ ਰਹੇ ਹਾਂ ਤੇ ਵੈਰਾਈਟੀ ਉਹਨਾਂ ਕੋਲ ਪੁੱਛੀ ਆਈ। ਉਹਨਾਂ ਆਖਿਆ ਅਸੀਂ ਜ਼ਿਆਦਾਤਰ ਮੁਜ਼ੀਕਾ ਵੈਰਾਈਟੀ ਲਗਾਉਂਦੇ ਹਾਂ ਕਿਉਂਕਿ ਮੁਜ਼ੀਕਾ ਦਾ ਸਾਨੂੰ ਰੇਟ ਵੀ ਸਹੀ ਲੱਭਦਾ ਹੈ, ਆਪਣੇ ਇਲਾਕੇ ਵਿੱਚ ਮੁਜ਼ੀਕਾ ਲੱਗਦਾ ਵੀ ਜ਼ਿਆਦਾ ਹੈ। ਉਸ ਤੋਂ ਇਲਾਵਾ ਜਨਾਬ ਸਾਨੂੰ ਇਹ ਪਸੰਦ ਹੈ, ਇਹ ਧੜ ਦੇ ਵਿੱਚ ਵੀ ਬੜਾ ਕਾਮਯਾਬ ਹੈ, ਸਟੋਰ ਦੇ ਵਿੱਚ ਵੀ ਕਾਮਯਾਬ ਹੈ, ਇਹਦੀ ਐਵਰੇਜ ਵੀ ਬੜੀ ਆਉਂਦੀ ਪਈ ਹੈ। ਅੱਜ ਇਹ ਕੋਈ 90-95 ਦਿਨ ਦੀ ਇਹ ਵੈਰਾਈਟੀ ਹੋ ਗਈ ਹੈ। ਹਾਜੀ ਸਾਹਿਬ ਨਾਲ ਜਨਾਬ ਗੱਲ ਕਰਨੀ ਹੈ ਪੂਰੀ ਡਿਟੇਲ ਨਾਲ। ਇਹ ਅੱਜ ਕੋਈ 8 ਕਿੱਲਿਆਂ ਦਾ ਉਹਨਾਂ ਦਾ ਸੌਦਾ ਹੋਇਆ ਹੈ। ਇਹ ਸੌਦਾ ਜਨਾਬ ਕੀ ਰੇਟ ਹੋਇਆ ਹੈ, ਇਹ ਵਪਾਰੀ ਮਾਲ ਲੈ ਕੇ ਕਿੱਥੇ ਜਾ ਰਹੇ ਨੇ ਤੇ ਉਸ ਤੋਂ ਇਲਾਵਾ ਜਨਾਬ ਇਹ ਤੁਹਾਨੂੰ ਇਹਦੀ ਤਾਦਾਦ ਵੀ ਵਿਖਾਣੇ ਹੈ, ਸੈਦ ਵੀ ਵਿਖਾਣੇ ਹੈ, ਇਹਦਾ ਸੈਦ ਕਿੰਨਾ ਨਿਕਲਦਾ ਪਿਆ, ਤਾਦਾਦ ਕਿੰਨੀ ਆਉਂਦੀ ਪਈ ਹੈ। ਉਸ ਤੋਂ ਇਲਾਵਾ ਹਾਜੀ ਸਾਹਿਬ ਨੇ ਜਨਾਬ ਇਹ ਫੈਸਲਾ ਕਿਉਂ ਲਿਆ ਕੱਚੀ ਪਟਾਈ ਦਾ, ਕਿਉਂਕਿ ਰੇਟ ਜਿਹੜਾ ਮੰਡੀਆਂ ਵਿੱਚ ਚੱਲ ਰਿਹਾ ਉਹ ਤਾਂ ਬਿਲਕੁਲ ਥੋੜਾ ਹੈ। ਹਾਜੀ ਸਾਹਿਬ ਇਹ ਜਲਦਬਾਜ਼ੀ ਕਿਉਂ ਕੀਤੀ ਹੈ, ਕੀ ਉਹਨਾਂ ਦੇ ਜ਼ਿਹਨ ਦੇ ਵਿੱਚ ਆਈਡੀਆ, ਕੀ ਬਾਰਡਰ ਦੀ ਸੂਰਤ ਹਾਲ ਹੈ, ਆਉਣ ਵਾਲੇ ਦਿਨਾਂ ਵਿੱਚ ਕਿਸਾਨ ਕੀ ਕਹਿੰਦੇ ਹਨ, ਬਾਰਡਰ ਦੇ ਹਵਾਲੇ ਨਾਲ ਅੱਜ ਮੁਕੰਮਲ ਗੱਲਬਾਤ ਇਸ ਟੌਪਿਕ ਤੇ ਕਰਨੀ ਹੈ। ਡਿੱਗਰ ਦੀ ਪਰਫਾਰਮੈਂਸ ਵੀ ਵਿਖਾਈਏ ਤੇ ਤੁਹਾਨੂੰ ਤਾਦਾਦ ਵੀ ਵਿਖਾਈਏ ਤੇ ਇਹ ਚੈੱਕ ਕਰੋ ਜਨਾਬ, ਬੜੇ ਸੋਹਣੇ ਸਾਫ਼ ਸੁਥਰੇ ਜ਼ਬਰਦਸਤ ਕਮਾਲ ਆਲੂ ਹਨ ਤੇ ਮੁਜ਼ੀਕਾ ਵੈਰਾਈਟੀ ਹੈ। ਡਿੱਗਰ ਵੀ ਮਾਸ਼ਾਅੱਲਾ ਬੜੇ ਸੋਹਣੇ ਆਲੂ ਪਟਦਾ ਵੀ ਹੈ ਤੇ ਰੇਟ ਜਨਾਬ ਕਿਸਾਨਾਂ ਨੂੰ ਉਹਨਾਂ ਦੀ ਸੋਚ ਦੇ ਮੁਤਾਬਕ ਜਾਂ ਉਹਨਾਂ ਦੇ ਖਰਚੇ ਦੇ ਮੁਤਾਬਕ ਉਹਨਾਂ ਨੂੰ ਨਹੀਂ ਲੱਭਦਾ ਪਿਆ ਤੇ ਉਹ ਆਂਦੇ ਨੇ ਬਈ ਐਡੇ ਸੋਹਣੇ ਆਲੂ ਅਸੀਂ ਜਨਾਬ ਪਿਛਲੇ ਸਾਲ ਇਹਨਾਂ ਦੇ ਬੜੇ ਮੁਨਾਫੇ ਕਮਾਏ, ਇਸ ਵਾਰੀ ਜਾਨੂੰ ਇਹ ਬੜਾ ਘਾਟਾ ਪਾਉਂਦੇ ਪਏ ਜਨਾਬ। ਤੁਹਾਨੂੰ ਆਲੂ ਵੀ ਖਾਈਏ ਤੇ ਆਲੂਆਂ ਦਾ ਸੈਦ ਵੀ ਖਾਈਏ। ਸੈਦ ਮਾਸ਼ਾਅੱਲਾ ਬੜਾ ਬਿਹਤਰੀਨ ਹੈ ਤੇ ਆਲੂਆਂ ਦੀ ਤਾਦਾਦ ਵੀ ਬੜੀ ਬਿਹਤਰੀਨ ਹੈ। ਮੋਟੇ ਆਲੂ ਐਂਡ ਮੁਜ਼ੀਕਾ ਵੈਰਾਈਟੀ ਹੈ। ਤੁਸੀਂ ਆ ਚੈੱਕ ਕਰੋ ਆਲੂ ਪਿੱਛੇ ਕਿਵੇਂ ਨਜ਼ਰ ਆ ਰਹੇ ਨੇ। ਇਹ ਕੋਈ 80 ਤੋਂ 85 ਕਿ 90 ਦਿਨ ਦੇ ਆਲੂ ਹੋ ਗਏ ਨੇ। ਐਨ ਜਸ ਜਨਾਬ ਸਾਡੇ ਕਿਸਾਨ ਜ਼ਿਮੀਦਾਰ ਹਾਜੀ ਮੁਹੰਮਦ ਅਲੀ ਸਾਹਿਬ। ਹਾਜੀ ਸਾਹਿਬ ਜਿਸ ਟਾਈਮ ਆਲੂ ਆਪਾਂ ਕੇਰੇ ਆਏ ਉਸ ਟਾਈਮ ਵੀ ਆਪਾਂ ਇਸ ਜਗ੍ਹਾ ਤੇ ਵੀਡੀਓ ਬਣਾਈ ਆਈ ਤੇ ਅੱਜ ਫਿਰ ਆਪਾਂ ਵੀਡੀਓ ਬਣਾਉਂਦੇ ਪਏ ਹਾਂ। ਉਸ ਲਈ ਤੁਹਾਡਾ ਤਜਰਬਾ ਹਾਜੀ ਔਰ ਤੁਸੀਂ ਆਖਿਆ ਵੀ 30-32 ਸਾਲ ਹੋ ਗਏ ਸਾਨੂੰ ਆਲੂ ਲਾਉਂਦਿਆਂ ਨੂੰ। ਅੱਜ ਇਹ ਫਸਲ ਤਕਰੀਬਨ ਹੋ ਗਈ ਹੈ ਕੋਈ 3 ਮਹੀਨਿਆਂ ਦੀ ਤੇ ਇੱਕੇ ਵਾਰੀ ਤੁਸੀਂ ਫੈਸਲਾ ਕਰ ਦਿੱਤਾ ਵੀ 8-10 ਕਿੱਲਿਆਂ ਦਾ ਸੌਦਾ ਕਰ ਦਿੱਤਾ ਨੇ। ਹਾਲਾਂਕਿ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਨੇ ਬਈ ਮਾਰਕੀਟ ਥੋੜੀ ਜਿਹੀ ਕਮਜ਼ੋਰ ਹੈ। ਇਹ ਫੈਸਲਾ ਤੁਸੀਂ ਬੜੇ ਜਿਗਰੇ ਨਾਲ ਕੀਤਾ ਤੇ ਕਿਉਂ ਕੀਤਾ ਨੇ? ਇਹ ਜਿਹੜਾ ਹੈ ਨਹੀਂ ਇਹਦਾ ਉਤਾਓ ਛਡਾਓ ਜ਼ਿੰਦਗੀ ਚ ਵੇਖਿਆ 80 ਰੁਪਏ ਬੋਰੀ ਵੇਚਦੇ ਵੇਖਿਆ। ਅੱਛਾ ਇਹ ਜਦੋਂ ਮੰਦਾ ਪਾਉਂਦਾ ਹੈ ਨਹੀਂ ਇਹਨਾਂ ਪਿਛਲੇ ਸਾਲ 3-4 ਸਾਲ ਹੋ ਗਏ ਮੰਦਾ ਪੀਆ ਹੀ ਨਹੀਂ। ਹਾਂ ਜਿਹੜੇ ਵਿੱਚ ਨਵੇਂ ਜ਼ਿਮੀਦਾਰ ਆਏ ਨਹੀਂ ਹਾਂ ਉਹਨਾਂ ਨੂੰ ਉਤਾਓ ਛਡਾਓ ਦਾ ਪਤਾ ਹੀ ਕੋਈ ਨਹੀਂ। ਸਹੀ ਵੀ ਆਲੂ ਮਾਰ ਵੀ ਦਿੰਦੇ ਨੇ। ਆਲੂ ਮਾਰ ਵੀ ਦਿੰਦੇ ਹਾਂ ਇਹ ਜਿਹੜਾ ਹੈ ਨੇ ਤੁਸੀਂ ਆਂਦੇ ਨੇ ਵੀ ਇੰਨਾ ਫੈਸਲਾ ਤੁਸੀਂ ਕਿਉਂ ਕਰ ਦਿੱਤਾ ਵੀ 10 ਏਕੜ ਦਾ ਹੀ ਕਰ ਦਿੱਤਾ। ਇਕੱਠਾ ਸੌਦਾ ਵੀ ਕਰ ਦਿੱਤਾ ਨੇ। ਇਹ ਜਿਹੜਾ ਨੇ ਕੋਈ ਹਾਲਾਤ ਅਗੂ ਮਾਲੂਮ ਨਹੀਂ ਚੰਗੇ ਪਏ ਹੁੰਦੇ। ਅੱਛਾ ਉਹ ਤਾਂ ਇਸ ਤਰੀਕੇ ਕਰ ਦਿੱਤਾ ਹੈ ਵੀ ਜਿਹੜੀ ਕਸ਼ੈਤੀ ਆ ਜਾਵੇ ਫਾਇਦੇ ਦੀ ਹੈ। ਸਹੀ ਮਤਲਬ ਤੁਸੀਂ ਹਾਲਾਤ ਨੂੰ ਵੇਖਦਿਆਂ ਹੋਇਆਂ ਇਹ ਆਦਾ ਫੈਸਲਾ ਕੀਤਾ ਹੈ ਵੀ ਜਿਹੜੇ ਆਉਣ ਵਾਲੇ ਹਾਲਾਤ ਹਨ ਹੋ ਸਕਦਾ ਇਹਦੇ ਤੋਂ ਵੀ ਕਮਜ਼ੋਰ ਆਵਣ ਹੋ ਸਕਦੇ ਨੇ, ਇਸ ਤੋਂ ਬਿਹਤਰ ਵੀ ਹੋ ਸਕਦਾ। ਆਲੂਆਂ ਦਾ ਖੈਰ ਕੁਝ ਨਹੀਂ ਆਖਿਆ ਜਾ ਸਕਦਾ। ਇਹ ਜੇਠ ਚ ਵੀ ਏਕਰੇ 1000 ਰੁਪਏ ਤੋਂ ਬੋਰੀ ਵੇਖੀ ਹੈ 80 ਰੁਪਏ ਵਿਕਦੀ ਰਹੀ ਤੇ ਫਿਰ 1000 ਰੁਪਏ ਤੇ ਵੀ 80 ਵਾਲੀ 1000 ਨੂੰ ਹੋ ਗਈ ਆਈ। ਅੱਛਾ ਹੁਣ ਜਿਵੇਂ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਹਨ ਬਾਰਡਰ ਬੰਦ ਹਨ, ਬਾਰਡਰ ਦੇ ਬਾਰੇ ਤੁਹਾਡੇ ਕੀ ਜ਼ਿਹਨ ਚ ਆਉਂਦਾ ਵੀ ਬਾਰਡਰ ਖੁੱਲਸੀ ਕਿ ਨਹੀਂ ਖੁੱਲਣਾ?
ਇਹ ਜਿਹੜੀ ਇਹ ਹਕੂਮਤ ਹੈ ਨੇ ਆਪਣੀ, ਹਾਂਜੀ ਇਹ ਜਦੋਂ ਵੀ ਆਈ ਨੇ ਕਰਮਾਂ ਵਾਲੀ, ਹਾਂ ਇਹਨੇ ਐਵੇਂ ਹੀ ਕੀਤਾ। ਹਾਂ ਇਹ ਬਾਰਡਰ ਉਹਦਾ ਇਸ ਅਸਲ ਦਾ ਨਾ ਹਾਂ ਇਹਨਾਂ ਨੂੰ ਚਾਹੀਦਾ ਹੈ ਵੀ ਕੋਈ ਇੱਕ ਬੰਦਾ ਕਿਸਾਨਾਂ ਦਾ ਵੀ ਲੈ ਲਵੇ, ਹਾਂ ਕਿਸਾਨਾਂ ਦਾ ਵੀ ਨੁਮਾਇੰਦਾ ਹੋਣਾ ਚਾਹੀਦਾ ਹੈ। ਨੁਮਾਇੰਦਾ ਹੋਣਾ ਚਾਹੀਦਾ ਹੈ ਵੀ ਬਗੈਰ ਨੌਕਰੀ ਤੋਂ ਹੀ ਰੱਖ ਲਵੇ, ਹਾਂ ਕੁਝ ਵੀ ਨਹੀਂ ਲੈਂਦਾ ਇੱਕ ਬੰਦਾ ਸਾਡੇ ਵੀ ਕਮ ਅਜ਼ ਕਮ ਦੱਸੀ ਤਾਂ ਰੱਖੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਵੀ ਹੈ ਕਿ ਫਾਇਦਾ ਆਉਂਦਾ ਪਿਆ ਹੈ। ਤੇ ਨਾਲੇ ਉਹ ਦੱਸੀਦਾ ਵੀ ਆ ਫਸਲਾਂ ਬੀਜਾਓ ਇੰਨੀਆਂ ਬੀਜਾਓ, ਹਾਂਜੀ। ਕਿਸੇ ਨੂੰ ਨੁਕਸਾਨ ਹੋ ਜਾਵੇ ਤਾਂ ਮੁੜ ਗੱਲ ਹੈ। ਸਹੀ ਗੱਲ ਇਹ ਹੈ। ਆਲੂਆਂ ਦੀ ਕਾਸ਼ਤ ਇੱਥੇ ਹੋਈ ਖੜੀ, ਬੇਬਹਾਰ ਹੋਈ ਖੜੀ, ਹੂੰ। ਕਣਕ ਐਤਕੀ ਕਿੱਡੀ ਜੀ ਨਹੀਂ। ਨਹੀਂ ਗੱਡੀ ਜੀ ਇਹ ਹੁਣ ਆਉਣ ਵਾਲੇ ਦਿਨਾਂ 'ਚ ਵੇਖਿਆ ਕਣਕ ਕਿਦਾਈ ਹੋ ਸੀ, ਆਲੂ ਕਿਦਾਈ। ਹੁਣ ਪਿਛਲੀ ਵਾਰੀ 2200 ਨੂੰ ਆਈ ਹਾਂ ਕਣਕ ਨੂੰ ਕੋਈ ਪੁੱਛਦਾ ਨਹੀਂ ਤੇ ਯਾਰ। ਕਣਕ ਇਸ ਵਾਰੀ ਕਿਸੇ ਗੱਡੀ ਨਹੀਂ। ਐਤਕੀ ਕਣਕ ਗੱਡੀ ਨਹੀਂ ਤੇ ਕੀ ਅਰਸ਼ਾ ਤੋਂ ਲਾਇਆ ਸਨ। ਸਹੀ ਗੱਲ ਹੈ। ਅੱਛਾ ਵੈਸੇ ਹਾਜੀ ਸਾਹਿਬ ਤੁਹਾਡੀ ਬੜੀ ਅੱਛੀ ਗੱਲ ਹੈ ਵੀ ਕਿਸਾਨਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ ਜਿਹੜਾ ਗਵਰਨਮੈਂਟ ਨੂੰ ਦੱਸੇ ਆਹ ਸ਼ੈ ਇੰਨੀ ਕਿੱਲੇ ਲਾਓ, ਆਹ ਸ਼ੈ ਇੰਨੇ ਕਿੱਲੇ ਲਾਓ। ਕਮ ਅਜ਼ ਕਮ ਕੋਈ ਪਤਾ ਹੋਣਾ ਚਾਹੀਦਾ ਹੈ, ਫਸਲਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਹੁਣ ਇਸ ਵਾਰੀ ਆਲੂਆਂ ਨੂੰ ਸਾਰਾ ਜਾਨ ਹੀ ਪੈ ਗਿਆ, ਸਾਰੇ ਜਾਨ ਨਹੀਂ ਆਲੂ ਗੱਡ ਦਿੱਤੇ ਨੇ। ਇਹ ਠਾੜ ਵਾਲੀਆਂ ਜ਼ਮੀਨਾਂ ਵਿੱਚ ਵੀ ਆਲੂ ਲੱਗੇ ਹੋਏ ਨੇ। ਜਿਹਦਾ ਕਦੇ ਜਿਹੜਾ ਇਹਨੇ ਕਿਸੇ ਵੇਖੇ ਨਹੀਂ ਆਨੇ ਉਸ ਜਗ੍ਹਾ ਤੇ ਵੀ ਹੈ। ਆਪ ਜਿਨ੍ਹਾਂ ਨੂੰ ਆਲੂਆਂ ਦਾ ਪਤਾ ਹੀ ਨਹੀਂ ਵੀ ਇਹ ਸ਼ੈ ਕੀ ਹੈ। ਅੱਛਾ ਹੁਣ ਤੁਸੀਂ ਕੀ ਸਮਝਦੇ ਨੇ ਆਉਣ ਵਾਲੇ ਵਕਤ ਦੇ ਵਿੱਚ? ਤੁਸੀਂ ਤਾਂ ਮਤਲਬ ਹੁਣ ਖੈਰ ਸੌਦਾ ਕੀਤੀ ਖੜੇ ਨੇ, ਬਾਕੀ ਆਪਣੇ ਆਲੂ ਕਿੰਨੇ ਖੜੇ ਨੇ? ਬਾਕੀ ਖੜਾ 40 ਹੂੰ। ਆਲੂ ਇਹ ਜੇ ਹਾਲਾਤ ਅੱਗੇ ਵੀ ਤੁਸੀਂ ਵੇਖੇ ਨੇ, ਜਿਵੇਂ ਕਿਸਾਨਾਂ ਨੂੰ ਮਾਰ ਦਿੰਦੇ ਪਏ ਨੇ, ਐਵੇਂ ਅੱਗੇ ਵੀ ਆਉਂਦੇ ਆਏ ਨੇ ਨੇ। ਤੇ ਕਿਸਾਨਾਂ ਬਰਦਾਸ਼ਤ ਵੀ ਕੀਤੇ ਨੇ। ਬਰਦਾਸ਼ਤ ਵੀ ਕੀਤੇ ਨੇ, ਪਰ ਉਹਦੀ ਉਸਲੇ ਵਜ੍ਹਾ ਇੱਕ ਹੋਰ ਬਣ ਗਈ। ਹਾਂ ਉਸਲੇ ਇੰਨੇ ਖਰਚੇ ਨਹੀਂ ਹੁੰਦੇ ਸਨ। ਹਾਂ ਬਈ ਅੱਜ ਹੁਣ ਜਿਹੜਾ ਨੇ ਯੂਰੀਆ ਮੰਗੀ ਹੈ, ਡੀਏਪੀ ਮੰਗੀ ਹੈ, ਜਿਹੜਾ ਵੀ ਹੈ ਨੇ ਦਵਾਈ ਸਾਰੀ ਸ਼ਾਇ ਉਹ ਤਕੜੀ ਉਤਾ ਮੰਗੀ ਹੈ, ਮੰਗੀ ਹੈ, ਠੇਕੇ ਵੀ ਮੰਗੇ ਤੇ ਨੇ। ਠੇਕੇ ਵੀ ਮੰਗੇ ਨੇ। ਹਾਂ ਹੁਣ ਇਹ 1200 ਨੂੰ ਮੈਂ ਵੇਚੇ ਨੇ। 1200 ਦੇ ਹਿਸਾਬ ਨਾਲ ਇਹ ਕੁਝ ਵੀ ਨਹੀਂ ਬਣਦਾ। ਉਸਲੇ ਐਂ ਹੁੰਦਾ ਵੀ ਮੰਦਾ ਪੈ ਵੀ ਗਿਆ ਨੇ, ਆਦਾ ਖਰਚਾ ਚਾ ਲੈਂਦਾ ਤੇ ਠੇਕਾ ਹੁੰਦਾ 2 ਫਸਲਾਂ ਤੇ। ਅੱਛਾ ਹੁਣ 3 ਲੱਖ ਰੁਪਏ ਠੇਕਾ ਹੈ, ਹਾਂ। ਇਹ ਤਿੰਨਾਂ ਫਸਲਾਂ ਤੇ ਪਊਗਾ। ਲੱਖ ਰੁਪਏ ਇੱਕ ਫਸਲ ਤੇ ਆਇਆ। ਹਾਂ ਇਹ 1 ਕਿੱਲੇ ਮਗਰੂ ਮੇਰੇ ਅੰਦਾਜ਼ੇ ਨਾਲ ਲੱਖ ਰੁਪਇਆ ਕਿਸਾਨ ਨੂੰ ਪਹੁੰਚੀ। ਇਹ ਹੁਣ ਦੇ ਹਾਲਾਤ ਦੇ ਮੁਤਾਬਕ ਬਿਲਕੁਲ ਕੱਲ ਨਹੀਂ ਵੇਖਿਆ ਜਾ ਸਕਦਾ ਵੀ ਇਹ ਜਿਹੜਾ ਨੇ 600-700 ਨੂੰ ਵੀ ਬੋਰੀ ਵੇਚ ਸਕਦੀ, ਹੋ ਸਕਦੀ ਹੈ। ਇਸ ਤੋਂ 1500-1600 ਨੂੰ ਵੀ ਹੋ ਸਕਦੀ, 2000 ਨੂੰ ਵੀ ਹੋ ਸਕਦੀ। ਮਤਲਬ ਤੁਹਾਡੇ ਆਖਣ ਦਾ ਇਹ ਹੈ ਵੀ ਜਿੰਨਾ ਕਿਸਾਨਾਂ ਨੂੰ ਇਸ ਵਾਰੀ ਆਲੂ ਨੁਕਸਾਨ ਦੇ ਰਹੇ ਨੇ, ਇਹਨਾਂ ਪਹਿਲੇ ਨੁਕਸਾਨ ਨਹੀਂ ਦਿੰਦੇ ਹੈ, ਭਾਵੇਂ ਆਲੂ ਸਸਤਾ ਵੀ ਵਿਕਦਾ ਰਿਹਾ ਹੈ। ਸਸਤਾ ਵੀ ਵਿਕਦਾ ਰਿਹਾ ਹੈ। ਉਹ ਜਿਹੜਾ ਨਾ ਬੰਦਾ ਉਹ ਮਾਮੂਲ ਦੇ ਮੁਤਾਬਕ ਇੱਕ ਫਸਲ ਦਾ ਠੇਕਾ ਹੀ ਨਹੀਂ ਆ। ਹਾਂ ਇਹ ਐਤਕੀ ਤੀਜੇ ਚੌਥੇ ਸਾਲ ਦਾ ਹੈ ਨੇ, ਤੇ ਮੋ ਠੇਕੇਦਾਰ ਵੀ ਇਹ ਜੇ ਬਣ ਗਏ ਜਿਹੜੇ ਉਹਨਾਂ ਨੂੰ ਐਤਕੀ ਪਤਾ ਲੱਗ ਸੀ। ਨਵੇਂ ਠੇਕੇਦਾਰ ਜਿੱਦਾਂ ਚਾਹ ਤੇ ਉਤਾਰ ਰੱਖਿਆ ਨੇ। ਹਾਂ ਵੀ ਐਤਕੀ ਬੜਾ ਪਤਾ ਲੱਗ ਗਿਆ ਸੀ ਦਾ ਵੀ ਕਿਸ ਹਿਸਾਬ ਨਾਲ ਠੇਕਾ ਲੈਣਾ ਚਾਹੀਦਾ। ਹਾਂ ਤੇ ਜਿਹਨੇ ਨਵੇਂ ਆਲੂ ਲਾਏ ਨੇ ਉਹਨਾਂ ਨੂੰ ਨਹੀਂ ਪਤਾ ਲੱਗ ਜਾਸੀ। ਉਹ ਤਾਂ ਵਿਚਾਰੇ ਦੂਏ ਮਹੀਨੇ ਵੇਖ ਤੇ ਗੱਲਾਂ ਕਰਦੇ ਆਏ। ਹਾਂ 5000 ਨੂੰ ਬੋਰੀ ਵਿਕ ਗਈ, 4000 ਨੂੰ ਵਿਕ ਗਈ। ਹਾਂ ਵੀ ਮੇਰਾ 4 ਲੱਖ ਦਾ ਕਿੱਲਾ ਹੋ ਗਿਆ ਪਿਛਲੇ ਸਾਲ, ਜਿਵੇਂ ਬੰਦੇ ਆਂਦੇ ਆਏ। ਉਹ ਸੁਣ ਤੇ ਗੱਲਾਂ ਨਾ ਵਿਚਾਰੇ ਤਾਂ ਫਸੇ। ਹਾਂ ਅੱਛਾ ਇਹ ਮਾਸ਼ਾਅੱਲਾ ਆਪਣੀ ਐਵਰੇਜ ਬੜੀ ਜ਼ਬਰਦਸਤ ਆ ਰਹੀ ਹੈ, ਤੁਹਾਡੀ ਕੋਈ ਕਮੀ ਨਹੀਂ। ਤੁਸੀਂ ਖਾਦ ਖੁਰਾਕ ਵੀ ਬੜੀ ਜ਼ਬਰਦਸਤ ਨੂੰ ਲਾਈ। ਕਿਸਾਨ ਦਾ ਕੰਮ ਆ ਜੀ ਪੈਦਾਵਾਰ ਲੈਣਾ, ਉਹ ਤੁਸੀਂ ਮਿਹਨਤ ਕੀਤੀ। ਮਿਹਨਤ ਮਾਸ਼ਾਅੱਲਾ ਤੁਹਾਡੀ ਨਜ਼ਰ ਵੀ ਆ ਰਹੀ ਹੈ। ਥੋੜਾ ਜਿਹਾ ਅਸੀਂ ਵਿਖਾਇਆ ਜੀ ਅੱਗੇ ਮਾਸ਼ਾਅੱਲਾ ਉੱਤੇ ਆਲੂ ਹੀ ਆਲੂ ਕੋਠਿਆਂ ਤੇ ਨਜ਼ਰ ਆ ਰਹੇ ਨੇ। ਅੱਗੇ ਰੇਟ ਕਿਸਾਨ ਦੀ ਸੋਚ ਦੇ ਮੁਤਾਬਕ ਜਾਂ ਕਿਸਾਨ ਦੀ ਮਿਹਨਤ ਦੇ ਮੁਤਾਬਕ ਗਵਰਨਮੈਂਟ ਨਹੀਂ ਦੇ ਰਹੀ। ਚਲੋ ਅੱਲਾ ਅੱਗੇ ਦੁਆ ਹੈ ਵੀ ਅੱਲਾ ਕਰੇ ਵੀ ਹਾਲਾਤ ਕੁਝ ਬਿਹਤਰ ਹੋਣ। ਇਹਦੇ ਬਦਲੇ ਕੁਝ ਸੋਚਣਾ ਚਾਹੀਦਾ ਉਹਨਾਂ ਨੂੰ, ਗਵਰਨਮੈਂਟ ਨੂੰ ਸੋਚਣਾ ਚਾਹੀਦਾ ਕੋਈ ਪਾਲਿਸੀਆਂ ਇਹ ਜਿਹੀਆਂ ਕੱਢਣੀਆਂ ਚਾਹੀਦੀਆਂ ਜਿਹਨਾਂ ਵਿੱਚ ਕਿਸਾਨਾਂ ਦਾ ਫਾਇਦਾ ਹੋਵੇ। ਨਹੀਂ ਉਹ ਆਦਾ ਸਿਸਟਮ ਬਣਾ ਦੇ, ਆਲੂ ਦੀ ਕਾਸ਼ਤ ਘੱਟ ਕਰਾਉਂਦੇ ਇਹਨਾਂ ਨੂੰ, ਜੇ ਮਾਲੂਮ ਹੈ ਹਾਲਾਤ ਰੋਕ ਦਿੰਦੇ ਤੇ ਇਹ ਸਿਸਟਮ ਨੂੰ। ਹਾਂ ਵੀ ਗਵਰਨਮੈਂਟ ਨੂੰ ਤਾਂ ਪਤਾ ਹੀ ਆਣਾ ਵੀ ਆਉਣ ਵਾਲੇ ਹਾਲਾਤ ਅਸੀਂ ਅਫਗਾਨਿਸਤਾਨ ਆ, ਸਾਡੀ ਬਣਨੀ ਹੈ ਕਿ ਨਹੀਂ ਬਣਨੀ। ਆਲੂਆਂ ਦਾ ਰੋਕ ਦਿੰਦੇ ਵੀ ਘੱਟ ਕਰ ਲਓ ਤੇ ਕਣਕ ਚੋਖੀ ਕਰ ਲਓ। ਜਨਾਬ ਭਾਈ ਹੋਰੀ ਹੈ ਜਿਨ੍ਹਾਂ ਇਹ ਮਾਲ ਖਰੀਦਾ ਹੈ, ਇਹਨਾਂ ਨਾਲ ਗੱਲਬਾਤ ਕਰਨੇ ਹੈ ਵੀ ਇਹ ਰੇਟ ਆਪਣਾ ਕਿਵੇਂ ਤੈਅ ਹੋਇਆ, ਇਹ ਲੈ ਕੇ ਕਿੱਥੇ ਜਾ ਰਹੇ ਹਨ, ਕੀ ਸੂਰਤ ਹਾਲ ਇਹਨਾਂ ਨਜ਼ਰ ਆ ਰਹੇ ਹੈ। अस्सलाम वालेकुम भाईजान। ਇਹ ਭਾਈਜਾਨ ਆਪਣਾ ਇਹ ਸੌਦਾ ਕਿਵੇਂ ਹੋਇਆ ਹੈ? ਇਹ ਜੀ 1230 ਰੁਪਏ ਸੌਦਾ ਹੋਇਆ, 122 ਕਿਲੋ ਵਜ਼ਨ ਤੇ ਕਿੱਲੇ ਦੀ ਮਤਲਬ ਇਹ ਕਾਟ ਕਿੰਨੀ ਹੈ ਆਪਣੀ? ਆਪਣੀ 2 ਬੋਰੀ ਕਿੱਲੇ ਦੀ ਕਾਟ ਹੈ। ਅੱਛਾ ਹਾਂਜੀ ਅੱਛਾ ਇਹ ਤੁਸੀਂ ਮਾਲ ਕਿੱਥੇ ਲੈ ਕੇ ਜਾ ਰਹੇ ਨੇ? ਇਹ ਸਰ ਅਸੀਂ ਲੈ ਕੇ ਜਾ ਰਹੇ ਹਾਂ ਕਰਾਚੀ। ਤੁਹਾਨੂੰ ਦੱਸਾਂ ਬਾਹਰ ਦੀ ਲਾਗਤ ਹੀ ਨਹੀਂ ਹੈ, ਬਾਰਡਰ ਬੰਦ ਹੈ, ਐਕਸਪੋਰਟ ਹੈ ਨਹੀਂ। ਅੱਛਾ ਤੇ ਇਹ ਪਾਕਿਸਤਾਨੀ ਸਰਵਾਈਵ ਕਰ ਰਹੇ। ਅੱਛਾ ਆਪਣੇ ਦੀਪਾਲਪੁਰ ਉਕਾੜਾ ਪਾਕਪਤਨ ਮੰਡੀਆਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਬੋਰੀਆਂ ਜਾ ਰਹੀਆਂ ਨੇ। ਤੁਸੀਂ ਇਹ ਫੈਸਲਾ ਕੀਤਾ ਇਹਨੂੰ ਲੈ ਕੇ ਜਾਈਏ ਜਨਾਬ ਕਰਾਚੀ, ਕਿਉਂਕਿ ਇਹ ਮੰਡੀਆਂ ਵਾਲੇ ਵੀ ਸਾਰੇ ਲੋਕ ਇੱਥੋਂ ਕਰਾਚੀ ਲੈ ਕੇ ਜਾ ਰਹੇ ਨੇ। ਕਰਾਚੀ ਇੰਨਾ ਰਸ਼ ਪੈ ਰਹੀ ਹੈ, ਇੰਨਾ ਆਲੂ ਜਾ ਰਹੀ ਹੈ, ਕੀ ਸਮਝਦੇ ਨੇ ਵੀ ਉਹ ਤੇ ਸਾਰਾ ਆਲੂ ਕਿੱਧਰ ਜਾ ਰਿਹਾ ਫਿਰ? ਸਰ ਜੀ
ਦੇਖੋ ਨਾ ਹੁਣ ਡੇਲੀ ਮਾਲ ਇੰਨਾ ਜਾ ਰਿਹਾ ਹੈ, ਹੂੰ 100-150 ਗੱਡੀ ਡੇਲੀ ਜਾ ਰਹੀ ਹੈ, ਹਾਂਜੀ। ਉਹਦੀ ਵਜ੍ਹਾ ਤੋਂ ਮਾਰਕੀਟ ਦਿਨ ਬ ਦਿਨ ਨੀਚੇ ਆ ਰਹੀ ਹੈ, ਅੱਛਾ दिन ब दिन मार्केट नीचे आ रही है, सही हालात खराब हो रहे हैं। ਹੂੰ जिम्मेदार हजरात ਨੂੰ ਚਾਹੀਦਾ ਹੈ ਆਲੂ ਵੇਚ ਸੇਲ ਕਰ ਦੇਣ, सही। ਹਾਲਾਤ ਸਹੀ ਨਜ਼ਰ ਨਹੀਂ ਆ ਰਹੇ। ਤੁਸੀਂ ਸਮਝਦੇ ਨੇ ਵੀ ਇਹ 1200 ਜਿਹੜਾ ਹੈ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਨਾ ਰਵੇ? ਅੱਛਾ ਸਾਡਾ ਜਿੱਥੇ ਸਾਨੂੰ ਨਜ਼ਰ ਆ ਰਿਹਾ ਦੇਖੋ ਨਾ ਸਰ, ਹੁਣ ਡੇਲੀ 100-150 ਇੱਥੋਂ ਪਟਾਈ ਹੋ ਰਹੀ ਹੈ, 150 ਗੱਡੀ ਦੀ ਪਟਾਈ ਹੋ ਰਹੀ ਹੈ, ਹੁਣ ਬਾਹਰ ਦੀ ਤਾਂ ਲਾਗਤ ਨਹੀਂ ਹੈ, ਪਾਕਿਸਤਾਨ ਸਰਵਾਈਵ ਕਰ ਉਹ ਜਦੋਂ ਇੱਕ ਬੰਦੇ ਨੂੰ 100-150 ਗੱਡੀ ਮਿਲ ਰਹੀ ਹੈ ਉਹਦੇ ਵਿੱਚ ਉਹ ਰੇਟ ਨੀਚੇ ਮਿਲਣਾ ਹੈ ਨਾ ਬੰਦੇ ਨੂੰ, ਹੁਣ ਇਸ ਵਿੱਚ ਡੇਲੀ ਮਾਰਕੀਟ ਨੀਚੇ ਆ ਰਹੀ ਹੈ, ਇਹਦੀ ਵਜ੍ਹਾ ਤੋਂ ਸਾਨੂੰ ਚਾਹੀਦਾ ਉਹ ਮਾਲ ਵੇਚ ਦੇ। 1200 ਵੀ ਆਣਾ ਜਿਹਨੇ ਸਾਡੀ ਸਮਝ 'ਚ ਨਹੀਂ ਆਣਾ। ਸਹੀ। ਅੱਛਾ ਤੁਸੀਂ ਕੀ ਸਮਝਦੇ ਨੇ ਵੀ ਕਿਸਾਨ ਨੂੰ ਤਾਂ ਨੁਕਸਾਨ ਹੁੰਦਾ ਹੀ ਪਿਆ ਹੈ, ਕਿਉਂਕਿ 1000-1200 ਕੋਈ ਰੇਟ ਨਹੀਂ ਹੈਗਾ। ਪਿਛਲੇ ਇਹਨਾਂ ਦਿਨਾਂ ਵਿੱਚ 6000-7000 ਤੱਕ ਰੇਟ ਹੈਗਾ। ਹੁਣ ਕਿਸਾਨ ਦਾ ਇਹ ਕਿੱਲਾ ਲੱਖ ਰੁਪਏ ਦਾ ਵੀ ਨਹੀਂ ਹੋ ਰਿਹਾ। ਕਿਸਾਨ ਦਾ ਤਾਂ ਨੁਕਸਾਨ ਹੁੰਦਾ ਪਿਆ, ਵਪਾਰੀਆਂ ਦਾ ਵੀ ਨੁਕਸਾਨ ਹੁੰਦਾ ਹੈ। ਜੀ ਬਿਲਕੁਲ ਹੋ ਰਿਹਾ ਹੈ। ਉਹ ਕਿਵੇਂ ਨੁਕਸਾਨ ਹੁੰਦਾ ਹੈ? ਅੱਜ ਤੋਂ ਤਕਰੀਬਨ 1 ਹਫ਼ਤਾ ਪਹਿਲੇ ਮੈਂ ਉਹ ਆਲੂ 1500 ਰੁਪਏ ਦੇ ਲਏ ਨੇ। ਅੱਛਾ ਉਹ ਮੇਰੀਆਂ ਗੱਡੀਆਂ ਗਈਆਂ ਨੇ, ਉਹ ਮੇਰੇ ਬਾਹਰ ਜਾ ਕੇ ਵੇਚੇ ਨੇ 600-700 ਰੁਪਏ ਮਨ ਕਰਾਚੀ। ਅੱਛਾ। ਤੁਸੀਂ ਮੈਨੂੰ ਦੱਸੋ ਉਹ ਆਲੂ ਮੈਂ ਹੁਣ ਅੱਜ 1200 ਰੁਪਏ ਲਏ ਨੇ। ਅੱਛਾ 1230 ਰੁਪਏ 'ਚ ਮੇਰੀ ਪਟਾਈ ਲੱਗੀ ਹੈ। ਦੇਖੋ तो 300 ਰੁਪਏ ਦਾ ਫਰਕ ਪੈ ਗਿਆ। ਹਾਂ ਇਸ ਵਜ੍ਹਾ ਤੋਂ ਦਿਨ ਬ ਦਿਨ ਮਾਰਕੀਟ ਨੀਚੇ ਆ ਰਹੀ ਹੈ, ਹੂੰ ਹਾਲਾਤ ਖਰਾਬ ਹਨ, ਇਹਦੇ ਵਿੱਚ ਵਪਾਰੀ ਨੂੰ ਨੁਕਸਾਨ ਹੋ ਰਿਹਾ।